ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। श्री राग महला पहला। हर हर जपो प्यारिया गुरमत लै हर बोल। मन सच कसवट्टी लाइए तुलिए पूरै तोल। कीमत किनै ना पाइए रिद माणक मोल अमोल। भाई रे हार हीरा गुर माहे सत संगत सतगुर पाइए। अहनिस शब्द सालाहे रहाओ सच वखर धन रासो लै। पाइए गुर प्रगास ज्यों अगन मरै जल पाइए। त्यों तृष्णा दासन दास जम जंदार न लगई। यों भाव जल तरै तरास गुरमुख कूड़ न भावई। सच रते सच भाए साकत सच ना भावई। कूड़ै कूड़ी पाए सच रते गुरु मिलिए। सच्चे सच समाए मन मह माणक लाल नाम। रतन पदारथ हीर सच वखर धन नाम है। घट घट गहर गंभीर नानक गुरमुख पाइए। दया करे हर हीर। वाहिगुरु जी का खालसा वाहिगुरु जी की फतेह। जुगो जुग अटल चबर छत्र तख्त दे मालिक को हाजरा हजूर साहिब कमाल धन धन शब्द गुरु श्री गुरु ग्रंथ साहिब महाराज जी दी कोटान कोटान कृपा रहमत ते बख्शिश बनी है। जो सतगुरु जी की बख्शी हुई सवासां की मोहलत लैके अज फिर आप जी के सन्मुख गुरबाणी विचार लैके फेसबुक ऑडियो लाइव के माध्यम के राही ते नाल ही व्हाट्सएप ग्रुप गुरमत विचार दे विच गुरबाणी विचार लैके हाज़र हुन्ने आ। जिस विच लड़ीवार गुरु ग्रंथ साहिब महाराज जी की कथा चालू की गई है। हुण तक श्री राग दे पहले 20 शब्दां दी विचार आपां कर चुके हैं। कल 20 नंबर शब्द की विचार की गई सी। हुणे हुणे जिहड़ा शब्द आप जी के सन्मुख रखिया गया है श्री राग दे विच साहिब श्री गुरु नानक साहिब जी महाराज जी की पावन रसना तो उचारण किया होया श्री गुरु ग्रंथ साहिब महाराज जी के पावन पन्ना 22 के उपर सुभाएमान है। ते श्री राग का ये 21 नंबर शब्द है। पावन शब्द विच सतगुरु जी ने समझाउण की कोशिश की है। बार बार मनुख नूं ये चितारन की कोशिश की है, चेते कराउण की कोशिश की है कि तू परिपूर्ण परमात्मा नूं सदा अपने जीवन दे विच वसा। क्योंकि सतगुरु की जिहड़ी पावन उपदेश ने ना इन्हां नूं सतगुरु जी ने धुरकी बाणी किहा है।
ਭਾਵ ਆਤਮਾ ਤੇ ਪ੍ਰਮਾਤਮਾ ਦੇ ਸੁਮੇਲਤੇ ਵਿੱਚੋਂ ਨਿਕਲਿਆ ਹੋਇਆ ਗਿਆਨ, ਉਹ ਗਿਆਨ ਜੋ ਧੁਰ ਪ੍ਰਮਾਤਮਾ ਨਾਲ ਜੋੜ ਦੇਵੇ, ਉਹ ਗਿਆਨ ਜੋ ਪ੍ਰਮਾਤਮਾ ਨਾਲ ਇੱਕਮਿਕ ਕਰ ਦੇਵੇ, ਐਸਾ ਗਿਆਨ ਜਿਸ ਨੂੰ ਜੀਵਨ ਵਿੱਚ ਵਸਾ ਕੇ ਅਗਿਆਨਤਾ ਦੇ ਦਰਵਾਜ਼ੇ ਟੁੱਟ ਜਾਣ ਤੇ ਮਨੁੱਖ ਦਾ ਮਨ ਆਤਮਿਕ ਆਨੰਦ ਤੇ ਆਤਮਿਕ ਖੇੜੇ ਦੀ ਸ਼ਕਤੀ ਵਿੱਚ ਭਰ ਜਾਵੇ। ਮਨੁੱਖ ਨੂੰ ਇਨਸਾਨੀਅਤ ਦੀ ਕਦਰ ਸਮਝ ਆਉਣ ਲੱਗ ਪਵੇ, ਇਸ ਨੂੰ ਆਪਣੇ ਮਨੁੱਖਤਾ ਜੀਵਨ ਦਾ ਅਹਿਸਾਸ ਹੋ ਜਾਵੇ। ਇਹ ਜਾਨਵਰਪੁਣਾ ਛੱਡ ਕੇ ਈਰਖਾ, ਨਫ਼ਰਤ, ਅਵਗੁਣਾਂ ਨੂੰ ਆਪਣੇ ਜੀਵਨ ਵਿੱਚੋਂ ਕੱਢ ਕੇ ਸੱਚ ਪਰਿਪੂਰਨ ਪ੍ਰਮਾਤਮਾ ਦੇ ਗੁਣ ਜੀਵਨ ਦੇ ਵਿੱਚ ਵਸਾ ਕੇ ਜਿੱਥੇ ਆਪਣੇ ਜੀਵਨ ਦਾ ਭਲਾ ਕਰੇ, ਉੱਥੇ ਆਪਣੇ ਆਲੇ ਦੁਆਲੇ ਨੂੰ ਵੀ ਸਵਾਰੇ। ਇਹ ਸਭ ਕੁਝ ਤਾਂ ਹੀ ਸੰਭਵ ਹੋਵੇਗਾ ਜੇ ਗੁਰਬਾਣੀ ਨੂੰ ਮਨੁੱਖ ਆਪਣੇ ਜੀਵਨ ਦੇ ਵਿੱਚ ਵਸਾਉਣਾ ਸ਼ੁਰੂ ਕਰੇਗਾ, ਕਿਉਂਕਿ ਸਤਿਗੁਰ ਕੀ ਪਾਵਨ ਬਾਣੀ ਮਨੁੱਖ ਦੀ ਆਤਮਿਕ ਤੌਰ ਤੇ ਘਾੜਤ ਘੜਦੀ ਹੈ। ਜਿੱਦਣ ਮਨੁੱਖ ਦੀ ਆਤਮਿਕ ਤੌਰ ਤੇ ਘਾੜਤ ਘੜੀ ਜਾਂਦੀ ਹੈ, ਮਨੁੱਖ ਦੇ ਕਿਰਦਾਰ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ, ਮਨੁੱਖ ਦੀ ਵੇਖਣ ਸ਼ਕਤੀ ਦੇ ਵਿੱਚ ਪਵਿੱਤਰਤਾ ਆਉਂਦੀ ਹੈ, ਮਨੁੱਖ ਦੀ ਸੁਣ ਸ਼ਕਤੀ ਵਿੱਚ ਪਵਿੱਤਰਤਾ ਆਉਂਦੀ ਹੈ। ਤੇ ਜਦੋਂ ਇਹ ਦੋਵੇਂ ਚੀਜ਼ਾਂ ਪਵਿੱਤਰ ਹੋਣਗੀਆਂ, ਜ਼ਾਹਰ ਹੈ ਮਨੁੱਖ ਦੀ ਬੋਲੀ ਵੀ ਪਵਿੱਤਰ ਹੋਵੇਗੀ। ਫਿਰ ਇਹਦੇ ਅੰਦਰ ਤੇਰ ਮੇਰ, ਈਰਖਾ, ਨਫ਼ਰਤ ਆਦਿਕ ਵਰਗੇ ਬੀਜ ਨਹੀਂ ਬੀਜੇ ਜਾਣਗੇ। ਇਹ ਸਭ ਕੁਝ ਸੰਭਵ ਹੈ ਜੇ ਇਹਦੇ ਜ਼ਿਹਨ ਦੇ ਵਿੱਚ, ਇਹਦੇ ਚੇਤੇ ਦੇ ਵਿੱਚ, ਇਹਦੇ ਸੁਭਾਅ ਦੇ ਵਿੱਚ ਪ੍ਰਮਾਤਮਾ ਹੋਵੇਗਾ। ਸੋ ਸਤਿਗੁਰੂ ਜੀ ਬਾਰ-ਬਾਰ ਮਨੁੱਖ ਨੂੰ ਇਹ ਗੱਲ ਸਮਝਾਉਂਦੇ ਨੇ, ਚੇਤੇ ਕਰ ਪਰਿਪੂਰਨ ਪ੍ਰਮਾਤਮਾ ਦੀ ਉਸ ਆਤਮਾ ਤੋਂ ਪ੍ਰਮਾਤਮਾ ਨੂੰ ਜੋ ਇਸ ਆਤਮਾ ਦਾ ਸੁਆਮੀ ਹੈ। ਇਹ ਆਤਮਾ ਰੂਪੀ ਕਿਰਨ ਪਰਿਪੂਰਨ ਪ੍ਰਮਾਤਮਾ ਤੋਂ ਮਿਲੀ ਹੈ ਤੇ ਚਾਹੀਦਾ ਇਹ ਹੈ ਕਿ ਇਹ ਆਤਮਾ ਪ੍ਰਮਾਤਮਾ ਵਿੱਚ ਹੀ ਲੀਨ ਹੋਵੇ। ਤੋ ਇਸ ਆਤਮਾ ਨੂੰ ਨਿਰਮਲ ਕਰਕੇ ਪ੍ਰਮਾਤਮਾ ਨਾਲ ਅਭੇਦ ਕਰਨਾ ਹੈ, ਕਿਉਂਕਿ ਮਿਲੀ ਨਿਰਮਲ ਸੀ, ਇਹ ਮੈਲੀ ਅਸੀਂ ਕਰ ਦਿੱਤੀ ਹੈ। ਅਸੀਂ ਮਨ ਦੇ ਪਿੱਛੇ ਲੱਗ ਕੇ ਇਹਨੂੰ ਵਿਕਾਰਾਂ ਦੀ ਦਲਦਲ ਵਿੱਚ ਇਤਨਾ ਫਸਾ ਲਿਆ ਹੈ ਕਿ ਅਸੀਂ ਇਹ ਤੋਂ ਬਾਹਰ ਨਿਕਲਣਾ ਅੱਜ ਬਹੁਤ ਔਖਾ ਹੁੰਦਾ ਜਾ ਰਿਹਾ ਹੈ। ਤੋ ਗੁਰਬਾਣੀ ਇੱਕ ਐਸਾ ਸਹਾਰਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਐਸੇ ਇੱਕ ਜਹਾਜ਼ ਨੇ ਜੋ ਸਾਨੂੰ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਤਰਨ ਦੀ ਜੁਗਤੀ ਸਮਝਾਉਂਦੇ ਨੇ ਤੇ ਸਾਨੂੰ ਇਸ ਸੰਸਾਰ ਦੇ ਵਿੱਚੋਂ ਪਾਰ ਲੈ ਕੇ ਨਿਰੰਕਾਰ ਨਾਲ ਅਭੇਦ ਕਰਕੇ ਸਾਡੇ ਜੀਵਨ ਨੂੰ ਸੱਚ ਦੇ ਨਾਲ ਜੋੜਦੇ ਨੇ। ਅੱਜ ਦੇ ਸ਼ਬਦ ਦੀਆਂ ਪਾਵਨ ਰਹਾਉ ਦੀਆਂ ਪੰਕਤੀਆਂ ਨੇ, ਆਪ ਦੇ ਸਨਮੁਖ ਵਿਚਾਰ ਰੂਪ ਦੇ ਵਿੱਚ ਰੱਖਣ ਲੱਗਾ ਹਾਂ। ਆਓ ਸਰਵਣ ਰੂਪ ਕਰੀਏ, ਇਕਾਗਰਤਾ ਬਣਾਈਏ। ਭਾਈ ਰੇ ਹਰ ਹੀਰਾ ਗੁਰੂ ਮਾਹੇ। ਹੀਰਾ ਆਪਾਂ ਸਾਰੇ ਜਾਣਦੇ ਹਾਂ, ਡਾਇਮੰਡ ਕਿਹਾ ਜਾਂਦਾ ਹੈ, ਬੜਾ ਬੇਸ਼ੁਮਾਰ ਦੁਨੀਆ ਦਾ ਮਹਿੰਗਾ ਪੱਥਰ ਹੈ। ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਹੀਰਾ ਮੇਰੇ ਕੋਲ ਹੋਵੇ। ਤੋ ਸਤਿਗੁਰੂ ਜੀ ਨੇ ਹੀਰੇ ਦੀ ਤੁਲਨਾ ਪ੍ਰਮਾਤਮਾ ਨਾਲ ਕੀਤੀ ਹੈ। ਕਹਿੰਦੇ ਪਰਿਪੂਰਨ ਪ੍ਰਮਾਤਮਾ ਰੂਪੀ ਹੀਰੇ ਨੂੰ ਜੇ ਤੂੰ ਪਾਉਣਾ ਚਾਹੁੰਦਾ ਹੈ ਤੇ ਇਹਨੂੰ ਪ੍ਰਾਪਤ ਕਰਨ ਵਾਸਤੇ ਤੈਨੂੰ ਕੀ ਕਰਨਾ ਪਊਗਾ? ਗੁਰੂ ਮਾਹੇ, ਤੈਨੂੰ ਸਤਿਗੁਰੂ ਕੇ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਣਾ ਪਵੇਗਾ। ਭਾਈ ਰੇ, ਹੇ ਮੇਰੇ ਵੀਰ, ਪਰਮਾਤਮਾ ਰੂਪੀ ਹੀਰਾ ਗੁਰੂ ਰੂਪੀ ਗਿਆਨ ਦੇ ਵਿੱਚ ਸਮਾਇਆ ਹੋਇਆ ਹੈ। ਜਦੋਂ ਤੂੰ ਸਤਿਗੁਰੂ ਦੇ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ, ਗੁਰਬਾਣੀ ਨੂੰ ਘੋਖਣ ਤੇ ਪਰਖਣ ਦੀ ਕੋਸ਼ਿਸ਼ ਕਰੇਗਾ, ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਿਚਾਰ ਕੇ ਸਮਾਵੇਂਗਾ, ਤੇਰੇ ਅੰਦਰ ਹੀਰੇ ਵਰਗਾ ਜੀਵਨ ਤੇਰਾ ਬਣਨ ਲੱਗ ਪਵੇਗਾ। ਕਿਉਂਕਿ ਸਭ ਕਹਿੰਦੇ ਹੀਰੇ ਜੈਸਾ ਜਨਮ ਹੈ। ਇਹ ਹੀਰੇ ਵਰਗਾ ਜਨਮ ਤਾਂ ਹੈ ਕਿਉਂਕਿ ਤੇ ਹੀਰਾ ਪ੍ਰਮਾਤਮਾ ਇਹਦੇ ਵਿੱਚ ਵਸਿਆ ਹੈ। ਇਸ ਹੀਰੇ ਰੂਪੀ ਪ੍ਰਮਾਤਮਾ ਨੂੰ ਕੱਢਣ ਵਾਸਤੇ, ਉਹਨੂੰ ਸਮਝਣ ਵਾਸਤੇ, ਉਸ ਹੀਰੇ ਰੂਪੀ ਪ੍ਰਮਾਤਮਾ ਨਾਲ ਸਾਂਝ ਪਾਉਣ ਵਾਸਤੇ ਆ ਜਿਹੜੀ ਵਿਕਾਰਾਂ ਦੀ ਕੋਲੇ ਦੀ ਖਾਨ ਬਣਾਈ ਹੋਈ ਨਾ ਅਸੀਂ, ਇਹਦੇ ਵਿੱਚੋਂ ਗੁਰੂ ਰੂਪੀ ਸਤਿਗੁਰ ਦੀ ਕਿਰਪਾ ਦੇ ਗਿਆਨ ਨੂੰ ਲੈ ਕੇ, ਚਾਨਣ ਲੈ ਕੇ ਅਸੀਂ ਇਹਦੇ ਵਿੱਚੋਂ ਹੀ ਹੀਰਾ ਰੂਪੀ ਪ੍ਰਮਾਤਮਾ ਲੱਭ ਸਕਦੇ ਹਾਂ। ਸਭ ਕਹਿੰਦੇ ਫਿਰ ਹੇ ਮੇਰੇ ਭਾਈ, ਹਰ ਹੀਰਾ ਗੁਰੂ ਮਾਹੇ। ਗੁਰੂ ਰੂਪ ਪ੍ਰਮਾਤਮਾ ਰੂਪੀ ਕੀਮਤੀ ਹੀਰਾ, ਪ੍ਰਮਾਤਮਾ ਰੂਪੀ ਕੀਮਤੀ ਅਮੋਲਕ ਹੀਰਾ ਗੁਰੂ ਰੂਪੀ ਗਿਆਨ ਦੇ ਵਿੱਚ ਸਮੋਇਆ ਹੋਇਆ ਹੈ। ਹੁਣ ਇਹ ਸਤਿਗੁਰੂ ਰੂਪੀ ਗਿਆਨ ਤੋਂ, ਗੁਰੂ ਸ਼ਬਦ ਰੂਪੀ ਗਿਆਨ ਤੋਂ ਇਹ ਪ੍ਰਗਟ ਕਿਵੇਂ ਹੋਵੇਗਾ? ਸਤ ਸੰਗਤ ਸਤਿਗੁਰੂ ਪਾਈਐ, ਅਹਨਿਸ ਸ਼ਬਦ ਸਲਾਹੇ। ਹੁਣ ਸਤ ਸੰਗਤ ਸਤਿਗੁਰੂ ਪਾਈਐ। ਹੁਣ ਇਹ ਪ੍ਰਮਾਤਮਾ ਰੂਪੀ ਹੀਰੇ ਨੂੰ ਲੱਭਣ ਵਾਸਤੇ ਗੁਰੂ ਜੀ ਦੇ ਕੋਲ ਆਉਣਾ ਪਵੇਗਾ,
सतगुरु गुरु शब्द रूपी सत संगत करनी पऊगी। सतगुरु की संगत करनी पऊगी। सतगुरु की संगत मतलब सतगुरु दे कोल आके बहना पऊगा। सतगुरु दे कोल आके जदों बवांगे सत संगत सतगुरु पाई है, सतगुरु की सच्ची संगत मिलूगी। अहम शब्द सलाहें ते जदों दिन रात गुरु दे बख्शे हुए शब्दां नूं, गुरु जी के बख्शे हुए उपदेशां नूं जदों विचारेगा, सलाहेगा, बार बार उहदी सिफत सलाह करेगा ते तैनूं इसे सिफत सलाह दे विचों परमात्मा रूपी हीरा मिलण लग पवेगा। सत संगत सतगुरु पाई है, अहनिस शब्द सलाहें। सतगुरु जी की संगत विच बैठ के गुरु शब्द दी विचार दे नाल दिन रात गुरु नूं चेते कीतियां, सतगुरु के शब्द नूं समझियां, परमात्मा रूपी हीरा तेरे जीवन दे विच आउण लग पवेगा ते इह जीवन दे विच सच दी समोई होण लग पवेगी। ये रहाऊ दीआं पंक्तियां ने। हुण पहला बंद है पावन शब्द दा। सतगुरु जी कहंदे ने श्रीराग महला पहला, हर हर जपो प्यारिया गुरमत ले हर बोल। हुण आपां रहाऊ दीआं पंक्तियां नूं समझीए। रहाऊ दीआं पंक्तियां दे विच सवाल है, परमात्मा रूपी हीरा कित्थे है? परमात्मा रूपी हीरा गुरु दे कोल है, गुरु दे ज्ञान दे विच समोया होया है। हुण गुरु दे ज्ञान नूं किवें प्राप्त करना है? सतगुरु की संगत विच आके, सतगुरु गुरु शब्द दे कोल बह के, गुरु ग्रंथ साहिब जी दे चरनां विच बैठ के, गुरु ग्रंथ साहिब जी दी विचार करके। हुण जदों मैं सतगुरु गुरु संगत गुरु ग्रंथ साहिब जी दी संगत करनी शुरू कीती, एक एक शब्द नूं पढ़ना शुरू किया, विचारना शुरू किया, सतगुरु गुरु शब्द दे विचों उहदी सिफत सलाह परमात्मा दी करनी शुरू की ते परमात्मा दा ज्ञान मिलण लगा। हुण जदों परमात्मा दा ज्ञान इस कोयले दी खान रूपी शरीर दे विच जाण लगा, अंदर की होण लगा? निर्मलता दा प्रकाश होण लगा। हर हर जपो प्यारिया गुरमत ले हर बोल। हुण गुरु दी मत लैके हुण जिहड़े बोल ने वो पवित्र हो गए ने। हुण गुरु दी मत दे नाल हुण ये बोल की कर रहे ने? हर हर जपो प्यारिया, हर वक्त परमात्मा नूं ही याद रखते हैं। हुण इन्हां बोलां दे विच परमात्मा ही प्रगट हो रहा है। हुण जिहड़े बोलां विच पहिलां गालां सन, कुकर्म दी भाषा सी, गंदी बोली सी, गंदन वैण सी, हुण ये सब कुछ तब्दील हो गया। क्यों? क्योंकि इस हिरदे घर विच परमात्मा दा ज्ञान दी समोई, गुरु शब्द की समोई हो गई। हुण जदों शब्द इस हिरदे घर विच प्रवेश किया, बोली किहड़ी होई? हर हर जपो प्यारिया गुरमत ले हर बोल। हुण गुरु दी मत जिहड़ी लैके, जिहड़ी पहलां मत मन दे पिछे लगी सी, हुण ये मत गुरु दे ज्ञान पिछे लग गई। हुण इस मत विच सच दा प्रकाश होण लग पिया ते बोली मिठी होण लग पई। जीभा दे विचों हर वक्त परमात्मा दी सिफत सलाह प्रगट होण लग पई। ते अगली गल की होई? मन सच कसवट्टी लाई है, तूली है पूरा तोल। हुण मन जिहड़ा सी ना, पहिलां झूठ दे उपर खलोता सी, हर वक्त बेईमानी दी इनू चंगी लगदी सी गल, घट तोलना चंगा लगदा सी, गुनाह करदा सी, धोखेबाजी करदा सी। सतगुरु कहंदे हुण इस मन नूं सतगुरु के शब्द की कसवट्टी दे उत्ते लाया गया। जदों सतगुरु की शब्द की कसवट्टी उत्ते लाया गया तो की होया? ये तोल विच हुण पूरा उतरन लग पिया। मन सच कसवट्टी लाई है, तोली है पूरा तोल। हुण जदों ये मन सच्चे गुरु शब्द रूपी कसवट्टी ते लगा, हुण इहदे विच जिहड़ी मैल खत्म हो गई। हुण ये पूरा तोल विच मुकम्मल हो गया, क्योंकि हुण इहदे विच मैल नहीं रही, इहदे विच सच आ गया, इहदे विच पवित्रता आ गई। कदों? जदों परमात्मा नाल इहदे जीवन की सांझ बनी, जदों परमात्मा दे नाल मन जुड़ गया। कीमत किने ना पाई है, रिद माणक मोल अमोल। तदों हिरदा माणक, जदों मन सच की कसवट्टी ते लगन लगा, उहदे विच इस प्रीखिया नूं पास करन लगा मन, ते मन की जित होण लगी, सच इहदे विच समाउण लगा। ते की होया? ये हिरदा रूपी माणक अमोलक हो गया। हुण ये हिरदा ऐसा कीमती गहना बन गया, क्योंकि इस हिरदे घर दे विच परमात्मा रूपी हीरे दी समोई हो गई। रिद माणक मोल अमोल। ते हुण कोई भी इसदा मुल नहीं पा सकदा,
कोई दस नहीं सकता कि वो परमात्मा की कीमत, उहदी सिफत सलाह की कीमत, उहदे गुणां की कीमत, क्योंकि इस हिरदे दे विच हुण सच का प्रकाश हो गया है। भाई रे हर हीरा गुरु माहे। इस करके हे मेरे वीर, ये गल समझाई गई है, परमात्मा रूपी हीरा गुरु दे कोल मौजूद है। सत संगत सतगुरु पाई है। सतगुरु जी की संगत कीतियां, सच्चे गुरु दे ज्ञान नूं लिया, एहने शब्द सलाहें। सतगुरु की संगत करन दे नाल दिन रात हुण सच्चे शब्द जीवन विच वसन लगे, गुरबाणी की समझ आउण लगी ते मन परमात्मा की सिफत सलाह दे विच जुड़न लगा। सच वखर तन रास लै, पाईए गुर प्रगाश। हुण की होया, अगली गल सतगुरु कहंदे, हुण जिहड़ा पहला मन झूठ इकट्ठा करदा सी, हुण तुसीं देख लीए, हुण जदों मन ये मनमत पिछे लगा सी, जदों ये मत पिछे लगा सी, उदों ये झूठ इकट्ठा कर रही सी, मत अज्ञानता इकट्ठी कर रही सी, बेईमानी आदि कितना कुछ अपने अंदर गंदगी इकट्ठा कर रही सी। झूठ का सौदा हम हर वक्त अपने हिरदे अंदर इकट्ठा कर रहा सी। हुण की हो रहा है, सच वखर धन रास लै, पाईए गुर प्रगाश। हुण सदा कायम रहन वाला सच रूपी सौदा, परमात्मा दा सच रूपी धन, गुणा रूपी धन अपने अंदर हुण ये इकट्ठा कर लगा। हुण सच रूपी सौदा हिरदे विच प्रकाशमान होण लगा। ते की होया, पाईए गुर प्रगाश। पर यह धन किवें मिलिया? सतगुरु की बख्शिश दे नाल। ते जदों सतगुरु की बख्शिश होण लगी, अज्ञानता मिटण लगी, आत्मिक चानण होण लगा। हुण आत्मिक तौर ते खेड़ा आउण लगा। सच वखर तन रास लै, पाईए गुर प्रगाश। सच रूपी सौदा, सच रूपी धन, सच रूपी सौदा धन रास लै। ये ऐसा धन जिहड़ा गुरु की बख्शिश तो मिलिया, जो जिंदगी का एक ऐसा सरमाया है जिन्हों जीवन विच इकट्ठा कीतियां जिंदगी की कीमत समझ आई। हुण धोखा करन नूं किसे नाल जी नहीं करदा, बेईमानी करन नूं जी नहीं करदा, क्योंकि हुण सच रूपी सौदा हिरदे घर विच प्रकाश हो गया। पाईए गुर प्रगाश। गुरु के ज्ञान का चानण जदों हिरदे घर विच होया, प्रकाश होया, ते इह सच रूपी धन हिरदे दे विच समोण लग पिया। ज्यों अगन मरै जल पाई है। हुण अगली उदाहरण सतगुरु दिंदे, किस तरीके नाल इहदे हिरदे विच सच दा सौदा इकट्ठा होया, किवें इहदे विच तब्दीली आई जीवन विच, किवें अंदर कीमती गुण वसण लगे, किवें सच दया निमरता प्रेम वर्गा जीवन बन लगा। ते इह इस तरह बन लगा ज्यों अगन मरै जल पाई है। कहते जदों अग लगी होवे ते उहदे उपर पानी सुट दईए ते की हुंदा है, अग बुझ जाती है। ते हुण तृष्णा दासन दास। इवें जदों गुरु शब्द अंदर घर करन लगा, गुरबाणी की समझ विचार अंदर आउण लगी, प्रैक्टिस के नाल मन मत जिहड़ी है वह हटन लगी, ते गुरु की मत हिरदे विच आउण लगी। ते की होया, हुण जिहड़ा पहला तृष्णा की बोली बोलदा सी मन, हुण दासन दास हो गया, सेवक बन गया। तृष्णा की अग बुझ गई, हौमे की पीड़ा खत्म हो गई। हुण दास बन के निमरता दे विच जीवन जीउण लगा। जम जंदार न लग गई, इउं भौजल तरै तराश। हुण जिहड़ा पहला हर वक्त विकारा रूपी जमां दा संसा बनिया रहिंदा सी, नित काम क्रोध लोभ मोह हंकार मारदे सन, टुंबदे सन, कुटदे सन, मारदे सन। मनुख दे अंदर पूरा इन्ने खलारा पाया होया सी। सतगुरु कहंदे हुण ये जम रूपी जिहड़े विकार ने, इन्हां दा हुण कोई डर नहीं रहा। ते कहंदे जदों जमा रूपी विकारां दा डर ना हो रवे, फिर इउं भौजल तरे तराश। फिर मनुख सही सलामत उन्होंने जिंदगी जीउण दा ढंग समझ आ जाता है, तो उस संसार रूपी सागर तो पार लंघण दा तरीका सीख लैंदा है। उन्होंने समझ आ जाती है किवें मैं संसार दे विच रह के अपनी लाइफ नूं बैलेंस करना है। बहुत घट लोग ने, बहुत घट लोग ने। असीं अपने बच्चों नूं आम करके कई सलाहां दिंदे आ कि बच्चों क्रोध नहीं करीदा, गुस्से नाल नहीं बोलीदा, किसी नाल वड्डियां दा सत्कार करीदा है। पर असीं कदी अपने जीवन में झाती मार के वेखीए कि साडी बोली कैसी है। क्योंकि असीं गुण सिखा ते दिंदे आ, पर गुण ग्रहण नहीं करते।
ਅਸੀਂ ਬੱਚਿਆਂ ਨੂੰ ਗੁਣ ਸਿਖਾਉਣਾ ਚਾਹੁੰਦੇ ਹਾਂ, ਪਰ ਉਹ ਗੁਣ ਆਪ ਗ੍ਰਹਿਣ ਨਹੀਂ ਕਰਨਾ ਚਾਹੁੰਦੇ। ਜਦ ਤੱਕ ਗੁਣ ਸਾਡੇ ਜੀਵਨ ਵਿੱਚ ਨਹੀਂ ਨਾ, ਸਿਖਾਇਆ ਕਿਸੇ ਨੂੰ ਸਿਖਾਏ ਨਹੀਂ ਜਾ ਸਕਦੇ। ਪਹਿਲਾਂ ਉਹ ਆਪਣੇ ਜੀਵਨ ਵਿੱਚ ਗ੍ਰਹਿਣ ਕਰਨੇ ਪੈਂਦੇ ਨੇ। ਇਵੇਂ ਹੀ ਜਦੋਂ ਪ੍ਰਮਾਤਮਾ ਤੇ ਗਿਆਨ ਗੁਰੂ ਸ਼ਬਦ ਰਾਹੀਂ ਸਮਝ ਆਉਣ ਲੱਗਦਾ ਨਾ, ਫਿਰ ਮਨੁੱਖ ਦੇ ਅੰਦਰ ਗੁਣਾਂ ਦਾ ਪ੍ਰਗਾਸ ਹੋਣ ਲੱਗਦਾ ਹੈ। ਫਿਰ ਜਦੋਂ ਗੁਣਾਂ ਦਾ ਪ੍ਰਗਾਸ ਹੋਣ ਲੱਗਦਾ ਹੈ, ਫਿਰ ਵਿਕਾਰ ਦੌੜਨ ਲੱਗ ਪੈਂਦੇ ਨੇ ਜੀਵਨ 'ਚੋਂ, ਸ਼ੁਭ ਗੁਣਾਂ ਦਾ ਰਾਜ ਹੋ ਜਾਂਦਾ ਹੈ। ਤੇ ਜਦੋਂ ਸ਼ੁਭ ਗੁਣਾਂ ਦਾ ਰਾਜ ਹੋ ਜਾਂਦਾ ਹੈ ਤੇ ਮੱਸੇ ਰੰਗੜ ਰੂਪੀ ਮਨ ਜਿਹੜਾ ਹਰ ਵਕਤ ਆਸਾ ਤੇ ਤ੍ਰਿਸ਼ਨਾ ਦੀਆਂ ਨਾਚੀਆਂ ਦਾ ਪਹਿਲਾਂ ਨਾਚ ਦੇਖਦਾ ਸੀ, ਹੁਣ ਇਹ ਮਨ ਰੂਪੀ ਮੱਸਾ ਰੰਗੜ ਸੁੱਖਾ ਸਿੰਘ ਮਹਿਤਾਬ ਸਿੰਘ ਵਰਗੇ ਗੁਰੂ ਕੇ ਸਿੰਘ, ਸ਼ੁਭ ਗੁਣਾ ਰੂਪੀ ਗੁਰੂ ਕੇ ਸਿੰਘਾਂ ਨੇ ਹੁਣ ਜਦੋਂ ਮੱਸੇ ਰੰਗੜ ਦਾ ਸਿਰ ਵੱਢ ਦਿੱਤਾ ਨਾ, ਹੁਣ ਅੰਦਰ ਕੀ ਹੋਇਆ? ਹਰਮੰਦਰ ਇਹ ਸਰੀਰ ਹੈ ਜਿੱਥੋਂ ਹਰ ਜਾਤਾ। ਹੁਣ ਅੰਦਰ ਗੁਰੂ ਦਾ ਹਰਮੰਦਰ ਬਣ ਗਿਆ, ਇੱਕ ਸਰੀਰ ਗੁਰੂ ਦਾ ਗਿਆਨ ਦਾ ਘਰ ਬਣ ਗਿਆ। ਹੁਣ ਇੱਥੇ ਸੱਚ ਵਸਣ ਲੱਗ ਪਿਆ। ਹੁਣ ਇੱਥੇ ਝੂਠ ਨਹੀਂ ਵਸਦਾ, ਇੱਥੇ ਮੈਲ ਨਹੀਂ ਵਸਦੀ, ਇੱਥੇ ਗੰਦਗੀ ਨਹੀਂ ਵਸਦੀ। ਹੁਣ ਪਿਆਰ ਹੀ ਪਿਆਰ ਹੈ ਤੇ ਮਨੁੱਖ ਸਹੀ ਸਲਾਮਤ ਜਮ ਜੰਦਾਰ ਨਾਲ ਲੱਗੇ ਕਿਉਂ ਭਉ ਜਲ ਤਰੇ ਤਰਾਸ। ਹੁਣ ਇਸ ਨੂੰ ਇਸ ਭਉ ਜਲ ਸੰਸਾਰ ਰੂਪੀ ਸਮੁੰਦਰ ਤੋਂ ਤਰਨ ਦੀ ਜੁਗਤੀ ਵੀ ਸਤਿਗੁਰ ਦੀ ਕਿਰਪਾ ਨਾਲ ਸਮਝ ਆ ਗਈ। ਉਹ ਸੱਚ ਰੂਪੀ ਕਿਹੜੀ ਜੁਗਤੀ ਸਮਝ ਆਈ? ਮੁਖ ਕੂੜ ਨਾ ਭਾਵੇ। ਹੁਣ ਧਿਆਨ ਦਈਏ ਇਹਨਾਂ ਬਚਨਾਂ ਤੇ। ਬਦਲਾਵ ਕੀ ਜੀਵਨ ਵਿੱਚ ਆਉਣ ਲੱਗਾ ਜਦੋਂ ਗੁਰੂ ਦੀ ਬਖਸ਼ਿਸ਼ ਹੋਣ ਲੱਗੀ, ਇਹ ਮਤ ਗੁਰੂ ਦੇ ਗਿਆਨ ਤੇ ਤੁਰਨ ਲੱਗੀ, ਇਹ ਮੁਖ ਗੁਰੂ ਦੀ ਬੋਲੀ ਬੋਲਣ ਲੱਗਾ, ਇਹ ਮੁਖ ਹੁਣ ਸਨਮੁਖ ਗੁਰੂ ਸ਼ਬਦ ਦੇ ਹੋਣ ਲੱਗਾ। ਹੁਣ ਕੂੜ ਨਾ ਭਾਵੇ। ਹੁਣ ਝੂਠ ਨਹੀਂ ਚੰਗਾ ਲੱਗਦਾ, ਹੁਣ ਝੂਠੀਆਂ ਸਾਖੀਆਂ ਨਹੀਂ ਚੰਗੀਆਂ ਲੱਗਦੀਆਂ, ਹੁਣ ਝੂਠੇ ਬੋਲ ਨਹੀਂ ਚੰਗੇ ਲੱਗਦੇ, ਮਨ ਘੜਤ ਗੱਲਾਂ ਨਹੀਂ ਚੰਗੀਆਂ ਲੱਗਦੀਆਂ। ਹੁਣ ਦਿਮਾਗ ਤੇ ਸੁਰ ਤੇ ਸੋਚ ਤੁਰਨ ਲੱਗ ਪਈ ਹੈ। ਹੁਣ ਤੁਰੰਤ ਇਹ ਪਰਖ ਹੋਣ ਲੱਗ ਪਈ ਹੈ ਕਿ ਸਾ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਹੁਣ ਕੂੜ ਚੰਗਾ ਨਹੀਂ ਲੱਗਦਾ, ਝੂਠ ਚੰਗਾ ਨਹੀਂ ਲੱਗਦਾ, ਸੱਚ ਰਤੇ ਸੱਚ ਭਾਏ। ਹੁਣ ਸੱਚ ਸਦਾ ਸੱਚੇ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਹੀ ਭਿੱਜੇ ਰਹਿਣ ਨੂੰ ਜੀ ਕਰਦਾ। ਹੁਣ ਹਰ ਵਕਤ ਸੱਚ ਹੀ ਚੰਗਾ ਲੱਗਦਾ, ਸੱਚ ਹੀ ਬੋਲਣਾ ਚੰਗਾ ਲੱਗਦਾ, ਸੱਚ ਹੀ ਸੁਣਨਾ ਚੰਗਾ ਲੱਗਦਾ। ਹੁਣ ਸੱਚ ਦਾ ਰਾਜ ਇਸ ਹਿਰਦੇ ਘਰ ਦੇ ਵਿੱਚ ਹੋ ਗਿਆ ਹੈ। ਤੇ ਸਤਿਗੁਰੂ ਕਹਿੰਦੇ ਸਾਕਤ ਸੱਚ ਨਾ ਪਾਵੇ। ਦੂਜੇ ਬੰਨੇ ਜਿਹੜਾ ਸਾਕਤ ਮਨੁੱਖ ਹੈ ਉਹਨੂੰ ਸੱਚ ਨਹੀਂ ਚੰਗਾ ਲੱਗਦਾ, ਕੂੜ ਹੈ ਕੂੜੀ ਪਾਏ, ਉਹਨੂੰ ਝੂਠ ਹੀ ਚੰਗਾ ਲੱਗਦਾ। ਉਹ ਜੋ ਕੁਝ ਕਰਦਾ ਹੈ ਕੂੜ ਵਾਸਤੇ ਕਰਦਾ ਹੈ। ਚੇਤਾ ਰੱਖਿਓ, ਝੂਠ ਬੜਾ ਖੂਬਸੂਰਤੀ ਤਰੀਕੇ ਦੇ ਨਾਲ, ਬੜੇ ਸ਼ਿੰਗਾਰ ਵਿੰਗਾਰ ਕੇ ਨਾਲ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਸੱਚ ਨੂੰ ਸ਼ਿੰਗਾਰਨ ਦੀ ਲੋੜ ਨਹੀਂ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਹਿਸਕ੍ਰਿਤੀ ਸ਼ਲੋਕਾਂ 'ਚ ਕਿਹਾ, ਮੁੱਖ ਝੂਠ ਭੂਖਨ ਸਾਰੰਗ। ਜਦੋਂ ਮੁੱਖ ਤੋਂ ਝੂਠ ਬੋਲਣਾ ਹੋਵੇ ਨਾ, ਉਹਨੂੰ ਬੜਾ ਸ਼ਿੰਗਾਰ ਕੇ ਬੜਾ ਸਵਾਰ ਕੇ ਬੋਲਣਾ ਪੈਂਦਾ ਹੈ। ਇਸੇ ਕਰਕੇ ਝੂਠ ਬੜਾ ਪਿਆਰਾ ਲੱਗਦਾ ਹੈ ਮਨੁੱਖ ਨੂੰ। ਕਈ ਵਾਰੀ ਤੁਸੀਂ ਦੇਖਣਾ ਮਨੁੱਖ ਦੇ ਜਿਸ ਦੇ ਅੰਦਰ ਮੈਲ ਆ ਨਾ, ਉਹ ਮੁੱਖ ਤੋਂ ਬੜੀਆਂ ਮਿੱਠੇ ਮਿੱਠੇ ਬੋਲ ਬੋਲੂਗਾ, ਬੜਾ ਦਾਸ ਬਣਨ ਦੀ ਕੋਸ਼ਿਸ਼ ਕਰੂਗਾ, ਪਰ ਜਦੋਂ ਮੌਕਾ ਮਿਲੇਗਾ ਪਿੱਠ ਤੇ ਛੁਰਾ ਮਾਰ ਦੇਵੇਗਾ। ਬੜੇ ਅੰਦਰ ਨਫ਼ਰਤ ਤੇ ਕੂੜ ਦੇ ਬੋਲ ਭਰੇ ਹੋਣਗੇ, ਕੌੜਾ ਸ਼ਬਦ ਹੋਵੇਗਾ, ਕੌੜਾ ਜੀਵਨ ਹੋਵੇਗਾ, ਕਿਉਂਕਿ ਉਹਨੂੰ ਝੂਠ ਨੂੰ ਸ਼ਿੰਗਾਰਨਾ ਆਉਂਦਾ ਹੈ। ਪਰ ਜਿਹੜਾ ਸੱਚਾ ਗੁਰਸਿੱਖ ਆ ਨਾ, ਉਹ ਅੰਦਰੋਂ ਸੱਚ ਮੁੱਖੋਂ ਸੱਚ ਅਲਾਏ। ਉਹ ਅੰਦਰੋਂ ਵੀ ਸੱਚ ਹੈ ਤੇ ਮੁੱਖ ਤੋਂ ਸੱਚ ਹੀ ਬੋਲਦਾ ਹੈ। ਉਹਨੂੰ ਝੂਠ ਚੰਗਾ ਨਹੀਂ ਲੱਗਦਾ। ਸਾਕਤ ਸੱਚ ਨਾ ਪਾਵੇ। ਤੇ ਦੂਜੇ ਬੰਨੇ ਸਾਕਤ ਨੂੰ ਸੱਚ ਚੰਗਾ ਨਹੀਂ ਲੱਗਦਾ, ਕੂੜ ਹੈ ਕੂੜੀ ਪਾਏ, ਉਹਨੂੰ ਕੂੜ ਹੀ ਚੰਗਾ ਲੱਗਦਾ। ਜੇ ਕੋਈ ਸੱਚ ਕਹਿ ਦੇਵੇ ਉਹਦੇ ਮੂੰਹ ਤੇ, ਉਹ ਸੜਬਲ ਜਾਂਦਾ ਕਿ ਇਹਨੇ ਸੱਚ ਕਿਉਂ ਕਹਿ ਦਿੱਤਾ। ਤੁਸੀਂ ਦੇਖੋ ਦੁਨੀਆ ਵਿੱਚ ਚਾਪਲੂਸ ਦਾ ਮਤਲਬ ਕੀ ਹੈ? ਇੱਕ ਮਨੁੱਖ ਨੂੰ ਝੂਠ ਨੂੰ ਝੂਠਾ ਕਹਿਣ ਦੀ ਬਜਾਏ ਉਹਦੇ ਝੂਠ ਨੂੰ ਪ੍ਰਮੋਟ ਕਰਨਾ। ਉਹਨੂੰ ਤਾਂ ਹੀ ਉਹ ਲੋਕ ਚੰਗੇ ਲੱਗਦੇ ਜਿਹੜੇ ਉਹਦੇ ਝੂਠ ਨੂੰ ਪ੍ਰਮੋਟ ਕਰਦੇ ਨੇ। ਜਿਹੜੇ ਉਹਦੇ ਮੂੰਹ ਤੇ ਉਹਨੂੰ ਸੱਚ ਕਹਿੰਦੇ ਨੇ, ਉਹਦੇ ਨਾਲ ਉਹਦੀ ਨਫ਼ਰਤ ਹੈ, ਉਹਦੇ ਨਾਲ ਉਹਦੀ ਈਰਖਾ ਹੈ, ਉਹਦੇ ਨਾਲ ਉਹਦੀ ਦੁਸ਼ਮਣੀ ਹੈ। ਪਰ ਸਤਿਗੁਰੂ ਕਹਿੰਦੇ ਸਾਕਤ ਦਾ ਸੁਭਾਅ ਇਹ ਹੈ, ਉਹਨੂੰ ਸੱਚ ਨਹੀਂ ਚੰਗਾ ਲੱਗਦਾ, ਉਹਨੂੰ ਪਰਮਾਤਮਾ ਦੀ ਭਗਤੀ ਨਹੀਂ ਚੰਗੀ ਲੱਗਦੀ, ਉਹਨੂੰ ਪਰਮਾਤਮਾ ਦੇ ਸ਼ਬਦ ਨਹੀਂ ਚੰਗੇ ਲੱਗਦੇ। ਅੱਜ ਅਸੀਂ ਕਹਿੰਦੇ ਤੇ ਹੈਗੇ ਹਾਂ ਕਿ ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ, ਪਰ ਅੱਜ ਮੈਂ ਇਮਾਨਦਾਰੀ ਨਾਲ ਗੱਲ ਕਹਿ ਦੇਵਾਂ, ਜੇ ਗੁਰਬਾਣੀ ਦੀ ਵਿਚਾਰ ਨੂੰ ਪ੍ਰਚਾਰਕ ਬਿਲਕੁਲ ਸੱਚੇ ਢੰਗ ਦੇ ਨਾਲ ਇਨ ਬਿਨ ਗੁਰੂ ਦੀ ਮੱਤ ਲੈ ਕੇ ਪ੍ਰਗਾਸ ਕਰਕੇ ਵਿਚਾਰਨਾ ਤੇ ਪ੍ਰਕਾਸ਼ਣਾ ਤੇ ਬੋਲਣਾ ਸ਼ੁਰੂ ਕਰ ਦੇਵੇ ਨਾ, ਤੇ ਸੱਚ ਜਾਣਿਓ ਇਹ ਜਿਹੜੇ ਅੱਜ ਕਹਿੰਦੇ ਗੁਰਬਾਣੀ ਦੀ ਵਿਚਾਰ, ਇਹਨੂੰ ਬੜੀ ਪੀੜ ਲੱਗੂਗੀ, ਕਿਉਂਕਿ ਝੂਠ ਨੂੰ ਪੀੜ ਲੱਗਦੀ ਹੈ। ਇਸੇ ਕਰਕੇ ਗੁਰਦੁਆਰਿਆਂ ਦੇ ਵਿੱਚ ਵੀ
हुण सच रूपी कथा बंद हो गई है। कहते कथा भाई साहब छड्डो परे, कीर्तन ही ਚੱਲਣ दो, क्योंकि कीर्तन ਦੇ ਵਿੱਚ विचार नहीं है। ਜਦੋਂ कथावाचक ने गुरबाणी गुरु शब्द लिया के सामने रखना है, शब्द की बिल्कुल सच की विचार लिया के सामने रखनी है, क्योंकि प्रचारक की तो नहीं ना, ये तो गुरु की बाणी है, गुरु बोल रहा है। हुण सतगुरु कहते जित पीते मत दूर होए, बरल पवे विच आए, अपना पराया ना पछाणे, खसमों धक्के खाए। ते जिहड़े रोज़ शराबां दे पैग लाउंदे ने, जिन्हां दियां नित शराबां दियां पार्टियां ने, उन्हां नूं ये गल किवें चंगी लग जूगी? उन्हां नूं थोड़ी चंगी लगूगी, क्योंकि ये फिर वो कह भाई साहब ये शब्द बदल दिओ जां इहदी कथा बदल दिओ। अज सच जाणिओ यही शब्द है, गुरबाणी वो सुणाओ। भाई साहब जी छड्डो परे, आ जिहड़े बाबा कबीर जी दे शब्द ने ये भी छड्ड दिओ। पंडित मुल्ला जो लिख दिया, छाड़ चले हम कुछ न लिया, भी इत्थों ना साडी संगत टुटदी है। हुण जदों सच गुरबाणी का प्रचार होवेगा, सच बोलिया जावेगा, सच ने जात पात मुकाउणी है। जदों सच की विचार होवेगी, सच ने ऊंच नीच खत्म करनी है, सच ने अमीरी गरीबी का पाड़ा मुकाउणा है, ये कितना मुक सकदा है? ये तो नहीं मुकण असीं मुकाउण देना चाहुंदे असीं, क्योंकि असीं साकत ही हाँ, सानू सच चंगा नहीं लगता, सानू कूड़ ही चंगा लगता है। सच रते गुरु मिली है, सच्चे सच समाए। जिहड़े परमात्मा दे सच्चे ज्ञान दे विच, सच्चे प्रेम दे विच, सच्चे शब्द विच रंगे गए। चच्चे नूं इत्थे सियारी है सच, सच रूपी परमात्मा दे ज्ञान नाल, प्रभु दे शब्द नाल, प्रभु दे गुणां दे नाल जिहड़े रत्ते दा अर्थ है रंगे गए। गुरु मिली है, सच रते गुरु मेली है। जिहड़े गुरु दे नाल मिल के, गुरु शब्द नाल मिल के, गुरु ज्ञान दे राही, गुरबाणी दी विचार दे राही सच्चे परमात्मा दे गुणां दे विच रंगे गए, सच्चे सच समाए। वो सच्चे परमात्मा दे नाल समा गए, परमात्मा नाल वो एकमिक हो गए। उन्हां दे विच ते परमात्मा दे विच फिर कोई भेद, कोई फर्क नहीं रहा। मन में है माणक लाल नाम, रतन पदार्थ हीर। सतगुरु कहते जिहड़ा परमात्मा दा नाम आ ना, परमात्मा दा ज्ञान जिहड़ा उहदा हुक्म आ, मानो कीमती माणक है। जिन्हों हुक्म मनना आ गया ना, सब तो औखी खेड है हुक्म मनण दी। क्योंकि असीं वड्डे वड्डे डोल जाने आ, असीं गल्लां बड़ियां करदे आ, हुक्म रजाई चलना, नानक लिखिया नाल, बड़ियां गल्लां करदे आ, पर हुक्म नूं असीं मनदे कोई नहीं। क्यों? क्योंकि हुक्म नूं मनना सब तो औखा है, सब तो औखा है हुक्म नूं मनना। क्योंकि मनुख अपनियां मनमर्जियां ते चतुराइयां दे मुताबक ही संसार नूं घड़ना चाहुंदा है। जिद्दण ये गुरु दे हुक्म ते तुर पिया, गुरु दा हुक्म की है? मन में माणक लाल नाम। सतगुरु कहंदे तेरे मन दे विच ही सतगुरु का कीमती अमोलक जिहड़ा नाम रूपी हीरा है तेरे अंदर समोया होया है। नाम रतन पदार्थ हनेक मनुख दे अंदर है। ये नहीं कि सतगुरु कहंदे भी किसी नूं ज़्यादा दिता है तो किसी नूं घट दिता है। हर मनुख दे अंदर परमात्मा वसदा है, हर मनुख दे अंदर परमात्मा दा सच्चा ज्ञान वसदा है, हर मनुख दे अंदर परमात्मा रूपी कीमती हीरा वसदा है। पर साहिब कहंदे ने ये जिहड़ा सच रूपी सौदा है हर एक विच वसदा है। जो हीरा है, जो रतन है, कीमती पदार्थ है, सच वखर तन नाम है, घट घट गहर गंभीर। साहिब कहंदे अथाह प्रभु हरेक शरीर विच मौजूद है, उसदा नाम ही सदा स्थिर रहण वाला सौदा है। असीं जितने भी जीव हाँ सारे असीं आपो अपने नाम लैने, असीं चाहुंदे हां गुरद्वारे भाई हर वक्त साडा नाम जपदा रहे। इसे करके कईयां नूं ये आदत है कि वह हर वक्त भाई दे हत्थ उत्ते जाके कुछ ना कुछ रखणगे। भाई जी आ साडे वल्लों 100 रख लो, आ 100 रुपया रख लो, आ साडे वल्लों 20 रुपये रख लो। ते कईयां नूं आदत है भी साडी हर रोज़ निरंतर अरदास चलदी रहे, असीं आईए भावें ना आईए, संगत में साडा नाम जरूर बोलिया जाए। असीं एक बन्ने कहने आ परमात्मा दा नाम चलना चाहिए, पर चल के दा रहा है मेरा नाम चल रहा है। मैं चंद क पैसिਆਂ ਦੇ ਨਾਲ अपना नाम भाई जी को बुला रहा। भाई जी की मजबूरी है, उन्होंने बोलना पै रहा है क्योंकि उन्होंने ड्यूटी करनी है।
ਹੁਣ ਅਸੀਂ ਅੰਦਾਜ਼ਨ ਲਾਈਏ, ਅਸੀਂ ਇੱਥੇ ਤੇ ਨਾਮ ਬੁਲਾ ਲਏ ਆਪਣੇ, ਇੱਥੇ ਤੇ ਬੁਲਾ ਲਏ, ਬੜੇ ਨਾਮਾਂ ਦੀ ਆਪਣੀਆਂ ਬਾਤਾਂ ਕਰਾ ਲੀਆਂ, ਪਰ ਜਿੱਦਣ ਸਵਾਸ ਨਿਕਲਣਗੇ ਨਾ, ਉਹ ਦਿਨ ਕਿਸੇ ਨੇ ਇਹ ਨਹੀਂ ਕਹਿਣਾ ਫਲਾਣੇ ਸਿੰਘ ਦੀ ਜੈ, ਉਹ ਦਿਨ ਇਹ ਨਹੀਂ ਕਿਸੇ ਨੇ ਕਹਿਣਾ ਫਲਾਣੇ ਮਨੁੱਖ ਦੀ ਜੈ। ਉਹ ਦਿਨ ਇੱਕ ਹੀ ਗੱਲ ਕਹਿਣਾ ਹੈ, ਸਤਨਾਮ ਵਾਹਿਗੁਰੂ। ਜੇ ਸਦਾ ਅਟਲ ਰਹਿਣ ਵਾਲਾ ਹੈ ਕੋਈ ਤੇ ਉਹ ਪਰਮਾਤਮਾ ਹੈ। ਹਿੰਦੂ ਧਰਮ ਵਿੱਚ ਕਹਿੰਦੇ ਰਾਮ ਰਾਮ ਸਤ ਹੈ, ਭਾਵੇਂ ਉਹ ਵੱਡਾ ਰਾਜਾ ਮਰਿਆ ਹੋਵੇ, ਭਾਵੇਂ ਗਰੀਬ ਮਰਿਆ ਹੋਵੇ, ਇੱਕ ਹੀ ਗੱਲ ਹੈ, ਜੇ ਰਹਿਣ ਵਾਲਾ ਹੈ ਕੋਈ ਤੇ ਉਹ ਪਰਮਾਤਮਾ ਹੈ। ਤੋ ਇਹ ਗੱਲ ਸਤਿਗੁਰੂ ਸਮਝਾ ਰਿਹਾ, ਕਹਿੰਦੇ ਸੱਚ ਵਖਰ ਧੰਨਾ। ਮੈਂ ਤੈਨੂੰ ਸਮਝ ਆਵੇ, ਤੇਰੇ ਹੰਕਾਰ ਦੀਆਂ ਬੇੜੀਆਂ ਟੁੱਟ ਜਾਣ, ਤੇਰੇ ਅੰਦਰ ਸੱਚ ਦੀ ਸਮੋਈ ਹੋ ਜਾਵੇ, ਸਮਝ ਆ ਜਾਵੇ ਜੇ ਰਹਿਣ ਵਾਲਾ ਕੋਈ ਸੌਦਾ ਹੈ ਜਿਹੜਾ ਤੇਰੇ ਨਾਲ ਰਹਿ ਸਕਦਾ ਹੈ ਤੇ ਉਹ ਪਰਮਾਤਮਾ ਹੈ। ਘਟ ਘਟ ਗੈਰ ਗੰਭੀਰ, ਜੋ ਹਰ ਇੱਕ ਵਿੱਚ ਮੌਜੂਦ ਹੈ, ਹਰ ਇੱਕ ਵਿੱਚ ਸਮੋਇਆ ਹੋਇਆ ਹੈ। ਨਾਨਕ ਗੁਰਮੁਖ ਪਾਈ ਹੈ। ਨਾਨਕ ਜੀ ਆਖਦੇ ਇਹ ਕਿਹਨਾਂ ਨੂੰ ਮਿਲਦਾ? ਜਿਹੜੇ ਗੁਰੂ ਜੀ ਦੇ ਸਨਮੁਖ ਹੋ ਜਾਣ, ਜਿਹੜੇ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਨਾਲ ਆਪਣੇ ਜੀਵਨ ਨੂੰ ਤਰਾਸ਼ ਲੈਣ। ਨਾਨਕ ਗੁਰਮੁਖ ਪਾਈ ਹੈ, ਦਇਆ ਕਰੇ ਹਰ ਹੀਰ। ਸਤਿਗੁਰੂ ਕਹਿੰਦੇ, ਨਾਨਕ ਜੀ ਆਖਦੇ ਉਸ ਮਨੁੱਖ ਨੂੰ ਐਸਾ ਪ੍ਰਮਾਤਮਾ ਰੂਪੀ ਹੀਰਾ ਮਿਲ ਜਾਂਦਾ ਹੈ ਜਿਹਦੇ ਉੱਪਰ ਗੁਰੂ ਦੇ ਗਿਆਨ ਦੀ ਬਖਸ਼ਿਸ਼ ਹੋ ਜਾਂਦੀ ਹੈ, ਜਿਹਦੇ ਉੱਪਰ ਸਤਿਗੁਰੂ ਜੀ ਦਇਆ ਕਰ ਦਿੰਦੇ ਨੇ, ਪਿਆਰ ਵਰਤਾ ਦਿੰਦੇ ਨੇ। ਦਇਆ ਕਰਨ ਤੋਂ ਭਾਵ ਅਤ ਨਿਮਰਤਾ ਤੇ ਪ੍ਰੇਮ 'ਚ ਗੁਰੂ ਜੀ ਗੱਲ ਕਰ ਰਹੇ ਕਿ ਜੇ ਮੇਰਾ ਮਨ ਪਰਿਪੂਰਨ ਪਰਮਾਤਮਾ ਦੇ ਨਾਲ ਜੁੜਿਆ ਹੈ, ਇਹ ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਹੈ, ਕਿਉਂਕਿ ਜੇ ਮੈਂ ਗੁਰੂ ਵਾਲਾ ਹਾਂ ਤਾਂ ਹੀ ਮੇਰੇ ਮਨ ਵਿੱਚ ਪਰਮਾਤਮਾ ਹੈ। ਜੇ ਮੈਂ ਗੁਰੂ ਵਾਲਾ ਹੀ ਨਹੀਂ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਨਹੀਂ ਲੱਗਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ, ਗੁਰੂ ਸਾਹਿਬ ਦੇ ਚਰਨੀ ਲੱਗਣ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨਾ, ਬਾਣੀ ਨੂੰ ਵਿਚਾਰਨਾ, ਰੋਜ਼ਾਨਾ ਇੱਕ ਸ਼ਬਦ ਨੂੰ ਸਮਝਣਾ, ਘੋਖਣਾ, ਫਿਰ ਆਪਣੇ ਜੀਵਨ ਵਿੱਚ ਵਸਾਉਣਾ, ਉਹਨੂੰ ਪ੍ਰੈਕਟਿਸ ਕਰਨੀ ਆਪਣੇ ਜੀਵਨ 'ਚ, ਫਿਰ ਸਮਝਦੇ ਹਾਂ ਗੁਰੂ ਵਾਲਾ ਹੈ। ਹੁਣ ਜੇ ਮੈਂ ਬਾਣੀ ਤੇ ਪੜ੍ਹ ਰਿਹਾ ਪਰ ਗੁਰੂ ਜੀ ਦੇ ਉਪਦੇਸ਼ ਜੀਵਨ 'ਚ ਨਹੀਂ ਵਸਾ ਰਿਹਾ, ਇਹਦਾ ਮਤਲਬ ਮੈਂ ਹਜੇ ਗੁਰੂ ਵਾਲਾ ਨਹੀਂ। ਗੁਰੂ ਵਾਲਾ ਤਾਂ ਹੈ ਜੇ ਗੁਰੂ ਦੇ ਬਚਨ ਜੀਵਨ 'ਚ ਵਸ ਰਹੇ ਆ। ਜਿਵੇਂ ਜਿਵੇਂ ਗੁਰੂ ਦੇ ਉਪਦੇਸ਼ ਜੀਵਨ 'ਚ ਕਰਦੇ ਜਾਣਗੇ, ਮਨ ਨਿਰਮਲ ਹੁੰਦਾ ਜਾਵੇਗਾ, ਪਵਿੱਤਰ ਹੁੰਦਾ ਜਾਵੇਗਾ, ਵਿਕਾਰਾਂ ਦੀ ਮਿਲ ਧੁੱਪਦੀ ਜਾਵੇਗੀ ਤੇ ਜੀਵਨ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੁੰਦਾ ਜਾਵੇਗਾ। ਸੋ ਅੱਜ ਦਾ ਇਹ ਸ਼ਬਦ 21 ਨੰਬਰ ਸ਼ਬਦ 22 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਿਰ ਰਾਗ ਦਾ ਇਹ ਸ਼ਬਦ ਆਪ ਜੀ ਕੇ ਸਨਮੁਖ ਵਿਚਾਰ ਰੂਪ ਵਿੱਚ ਰੱਖਿਆ ਗਿਆ ਹੈ। ਬਹੁਤ ਬਹੁਤ ਧੰਨਵਾਦ ਉਹਨਾਂ ਸਾਰਿਆਂ ਗੁਰਮੁਖ ਪਿਆਰਿਆਂ ਦਾ ਜੋ ਆਡੀਓ ਲਾਈਵ ਦੇ ਰਾਹੀਂ ਗੁਰਬਾਣੀ ਵਿਚਾਰ ਦੇ ਨਾਲ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।